ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਕੇਂਦਰ ਸਰਕਾਰ ਨੇ MSP ਕਮੇਟੀ ਬਣਾਈ ਹੈ ਔਰ ਉਸ ਕਮੇਟੀ ਨੂੰ ਲੈ ਕੇ ਫਿਰ ਇੱਕ ਵਾਰ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰ ਦੇ ਵਿਚਾਲੇ ਤਣਾਅ ਜਿਹੜਾ ਬਣ ਗਿਆ ਹੈਗਾ, ਖਿੱਚੋਤਾਣ ਬਣ ਗਈ ਹੈਗੀ ਹੈ। ਜਿਸ ਤਰ੍ਹਾਂ ਕਿ ਕੇਂਦਰ ਕਹਿ ਰਿਹਾ ਕਿ ਉਹਨਾਂ ਨੇ ਜਿਹੜੀ MSP ਕਮੇਟੀ ਬਣਾਈ ਹੈ, ਉਸ ਦਾ ਮਕਸਦ, ਉਸ ਦਾ ਉਦੇਸ਼ ਇਹ ਹੈ ਕਿ ਇਹ ਕਮੇਟੀ ਜਿਹੜੀ ਹੈ ਇਹ MSP ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ MSP ਨੂੰ ਪਾਰਦਰਸ਼ੀ ਬਣਾਉਣ ਦੇ ਲਈ ਜਿਹੜੀ ਹੈ ਢੰਗ ਤਰੀਕੇ ਸੁਝਾਏਗੀ ਔਰ ਬਾਕੀ ਜਿਹੜੀ ਹੈ ਖੇਤੀ ਦੇ ਵਿੱਚ ਹੋਰ ਕੀ ਹੋ ਸਕਦਾ ਹੈ, ਕਿਸਾਨਾਂ ਦੀ ਖੇਤੀ ਨੂੰ ਸੰਕਟ ਚੋਂ ਕੱਢਣ ਲਈ ਕੀ ਹੋ ਸਕਦਾ, ਉਸ ਬਾਰੇ ਵੀ ਗੱਲ ਕਰੇਗੀ। ਇਹ ਕਮੇਟੀ ਸਿਫਾਰਿਸ਼ਾਂ ਕਰੇਗੀ। ਪਰ ਇਸ ਕਮੇਟੀ 'ਚ ਜਿਹੜੇ ਨੁਮਾਇੰਦੇ ਪਾਏ ਗਏ, ਜਿਹੜੇ ਮੈਂਬਰ ਪਾਏ ਗਏ, ਉਹ ਸਾਰੇ ਦੇ ਸਾਰੇ ਉਹ ਨੇ, ਚਾਹੇ ਉਹ ਕਿਸਾਨਾਂ ਦੇ ਨੁਮਾਇੰਦੇ ਨੇ, ਜਿਹੜੀਆਂ ਕਿਸਾਨ ਯੂਨੀਅਨਾਂ ਜਿਹੜੀਆਂ ਸੀਗੀਆਂ ਖੇਤੀ ਕਾਨੂੰਨਾਂ ਦੇ ਹੱਕ 'ਚ, ਜਾਂ ਜਿਹੜੇ ਅਧਿਕਾਰੀ ਖੇਤੀ ਕਾਨੂੰਨਾਂ ਦੇ ਹੱਕ 'ਚ ਸੀ, ਉਹਨਾਂ ਨੂੰ ਜ਼ਿਆਦਾ ਥਾਂ ਮਿਲੀ ਹੈਗੀ ਹੈ। ਤੇ ਪੰਜਾਬ ਨੂੰ, ਜਿਸ ਨੇ ਕਿ ਕਿਸਾਨ ਅੰਦੋਲਨ ਦੀ ਅਗਵਾਈ ਵੀ ਕੀਤੀ ਸੀ, ਉਸ ਦੇ ਜਿਹੜੇ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਵੀ ਕੋਈ ਥਾਂ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੂੰ ਵੀ ਕੋਈ ਥਾਂ ਨਹੀਂ ਦਿੱਤੀ ਗਈ। ਪੰਜਾਬ ਦੇ ਜਿਹੜੇ ਖੇਤੀ ਮਾਹਰ ਹੈ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਉਸ ਦੇ ਮਾਹਰਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ। ਇਹ ਸਾਰੀ ਸਥਿਤੀ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸ਼੍ਰੀ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ MSP ਦੇ ਬਾਰੇ ਇੱਕ ਉਹਨਾਂ ਦਾ ਆਪਣਾ ਅਧਿਐਨ ਹੈ ਤੇ ਖਾਸ ਕਰਕੇ ਕਿਸਾਨ ਅੰਦੋਲਨ ਨਾਲ ਉਹ ਬੜੇ ਨੇੜਿਓਂ ਜੁੜੇ ਰਹੇ ਹੈ। ਤਾਂ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ MSP ਕਮੇਟੀ ਜਿਹੜੀ ਸਰਕਾਰ ਨੇ ਬਣਾਈ ਹੈ, ਇਸ ਨਾਲ ਹੁਣ ਸਥਿਤੀ ਜਿਹੜੀ ਹੈ ਉਹ ਕਿਸ ਪਾਸੇ ਨੂੰ ਜਾਏਗੀ ਤੇ ਕੀ ਕਿਸਾਨ ਅੰਦੋਲਨ ਫਿਰ ਤਿੱਖੀਆਂ ਜਿਹੜੀਆਂ ਤਿਆਰੀਆਂ ਕਰ ਰਿਹਾ ਆਪਣੇ ਸੰਘਰਸ਼ ਦੀਆਂ, ਕਿ ਗੱਲ ਉਸ ਪਾਸੇ ਨੂੰ ਅੱਗੇ ਵਧੇਗੀ ਜਾਂ ਕੇਂਦਰ ਸਰਕਾਰ ਗੱਲਬਾਤ ਰਾਹੀਂ ਇਹ ਮਾਮਲਾ ਨਿਬੇੜੇਗੀ। ਇਹ ਹੁਣ ਆਉਣ ਵਾਲੇ ਸਮੇਂ 'ਚ ਹੋਏਗਾ। ਪਰ ਅੱਜ ਅਸੀਂ ਇਹ ਸਾਰੇ ਦੇ ਉੱਤੇ ਚਰਚਾ ਕਰਾਂਗੇ। ਮੌਜੂਦਾ ਸਥਿਤੀ, ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਆਮੋ ਸਾਹਮਣੇ ਫੇਰ ਆ ਗਿਆ ਇੱਕ ਵਾਰੀ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ। ਸਿੱਧੂ ਸਾਹਿਬ, ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਮੇਟੀ ਬਣਾਈ ਹੈ ਤੇ ਉਸ ਨੇ ਜਿਹੜੇ ਇਸ ਖੇਤਰ ਦੇ ਸਾਰੇ ਹਿੱਸੇਦਾਰ ਹੈ, ਜਾਂ ਜੇ ਅਸੀਂ ਕਹਿ ਸਕਦੇ ਹਾਂ ਸਟੇਕ ਹੋਲਡਰ ਹੈ, ਉਹਨਾਂ ਨੂੰ ਉਸ ਢੰਗ ਨਾਲ ਭਰੋਸੇ 'ਚ ਨਹੀਂ ਲਿਆ ਜਿਸ ਢੰਗ ਨਾਲ ਲਿਆ ਜਾਣਾ ਚਾਹੀਦਾ ਸੀ। ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਇਸ ਦੇ ਕੀ ਅਰਥ ਲੈਂਦੇ ਹੋ? ਵੈਸੇ ਮੇਰੇ ਮੁਤਾਬਕ ਤਾਂ ਜਦੋਂ ਇਹਨਾਂ ਨੇ 3 ਕਾਨੂੰਨ ਵਾਪਸ ਕੀਤੇ ਪਿਛਲੇ ਨਵੰਬਰ ਦਸੰਬਰ 'ਚ ਤੇ ਪਿਛਲੇ ਸਾਲ, ਤੇ ਇੱਕੋ ਦਮ ਇਹਨਾਂ ਨੂੰ ਪਤਾ ਸੀ ਵੀ ਜਿਹੜੀਆਂ ਫਰਵਰੀ ਦੀਆਂ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ, ਤੇ ਕਿਸਾਨਾਂ ਦਾ ਸੰਘਰਸ਼ ਆ ਉਹ ਵੀ ਕਾਫੀ ਲੰਬਾ ਹੋ ਗਿਆ, 378 ਦਿਨ। ਤੇ ਇਹਨਾਂ ਨੂੰ ਇਹ ਸੀ ਵੀ ਕੁਛ ਥਕਾਨ ਵੀ ਹੁੰਦੀ ਆ, ਥਕਾਵਟ ਵੀ ਹੁੰਦੀ ਆ, ਕੁਛ ਇੰਨਾ ਲੰਬਾ ਜਿਹੜਾ ਸੰਘਰਸ਼ ਹੁੰਦਾ ਉਹਦਾ, ਤੇ ਵੀ ਲੋਕ ਅੰਦਰੋਂ ਅੰਦਰ ਇਨਫੋਰਮੇਸ਼ਨ ਸੀ, ਕੁਛ ਹਿੱਸਾ ਇੱਥੋਂ ਛੱਡ ਕੇ ਜਾਣ ਨੂੰ ਵੀ ਜਾਂ ਸਮਝੌਤੇ ਕਰਨ ਨੂੰ ਵੀ ਤਿਆਰ ਸੀ ਵਿੱਚੋਂ ਬੈਠਾ। ਇਹ ਸਾਰਾ ਕੁਝ ਸਰਕਾਰ ਦੇ ਧਿਆਨ 'ਚ ਸੀ, ਪਰ ਸਰਕਾਰ ਨੇ, ਔਰ ਛੱਡ ਕੇ ਕੋਈ ਜਾ ਨਹੀਂ ਸਕਦਾ ਸੀ, ਬੇਸ਼ੱਕ ਲੰਬਾ ਸਮਾਂ ਵੀ ਬੈਠਣਾ ਹੁੰਦਾ, ਪਰ ਸਰਕਾਰ ਨੇ ਬੜਾ ਇਹ ਚੁਸਤੀ ਭਰਿਆ ਫੈਸਲਾ ਕੀਤਾ, 3 ਕਾਨੂੰਨ ਵਾਪਸ ਕਰ ਲਏ। ਜਿਹੜੇ ਕਿਸਾਨ ਵਿਰੋਧੀ ਜਾਂ ਜਿਨ੍ਹਾਂ ਕਾਨੂੰਨਾਂ ਰਾਹੀਂ ਮਾਰਕੀਟ ਹੈ, ਜਿਹੜੀ ਫਸਲਾਂ ਦਾ ਮਾਰਕੀਟਿੰਗ ਜਿਹੜਾ ਸਾਰਾ ਖੇਤਰ ਹੈ, ਜਾਂ ਉਹਨਾਂ ਦੀ ਫਸਲਾਂ ਦੇ ਵੇਚਣਾ ਵਟਣਾ ਸਾਰਾ ਹੈਗਾ, ਉਹ ਕਾਰਪੋਰੇਟ ਦੇ ਹੱਥ 'ਚ ਦੇਣਾ ਚਾਹੁੰਦੇ ਸੀ। ਪਹਿਲਾਂ ਇਹ ਗੱਲ ਕਲੀਅਰ ਹੋਣਾ ਚਾਹੀਦਾ ਵੀ ਆਲਰੇਡੀ ਕਾਰਪੋਰੇਟਸ ਆ ਜਿਹੜੀਆਂ ਕੰਪਨੀਆਂ ਜਿਹੜੀਆਂ, ਉਹਨਾਂ ਦੇ ਹੱਥ ਦੇ ਵਿੱਚ ਇਨਪੁਟਸ, ਜਿਹੜਾ ਐਗਰੀਕਲਚਰ ਵਿੱਚ ਜਿਹੜੀਆਂ ਸਾਰੀਆਂ ਕੀੜੇ ਮਾਰ ਦਵਾਈਆਂ, ਖਾਦਾਂ, ਫਰਟੀਲਾਈਜ਼ਰ, ਹੋਰ ਜਿਹੜਾ ਅੰਦਰਲਾ ਸਾਰਾ ਸਮਾਨ ਵਰਤਿਆ ਜਾਂਦਾ ਹੈਗਾ ਖੇਤੀ, ਉਹਦੇ ਲਈ ਤਾਂ ਕਾਰਪੋਰੇਟ ਸੈਕਟਰ ਆਲਰੇਡੀ ਕਾਬਜ਼ ਹੈ, ਉਹ ਤਾਂ ਸਾਰਾ ਉਧਰੋਂ ਹੀ ਆਉਂਦਾ ਹੈਗਾ। ਹੁਣ ਸਿਰਫ ਬੀਜ ਵੀ ਉਹਨਾਂ ਕੋਲ ਬੀਜ ਵੀ ਮਨਸੈਂਟੋ ਵਰਗੀਆਂ ਵੱਡੀਆਂ ਕੰਪਨੀਆਂ ਆ ਗਈਆਂ, ਕਾਰਪੋਰੇਟ ਸੈਕਟਰ, ਬੀਜ ਵੀ ਉਧਰੋਂ ਹੀ ਆਉਂਦੇ ਹੈਗੇ। ਤੇ ਜਿਹਨੇ BT ਕਾਟਨ ਐਰਾ ਵਗੈਰਾ ਬੜੇ ਮਹਿੰਗੇ ਬੀਜ ਆਉਂਦੇ ਆ, ਇਹ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ। ਤੇ ਹੁਣ ਉਹਨਾਂ ਨੂੰ ਸਿਰਫ ਉਹਨਾਂ ਨੇ ਖੇਤੀ ਦਾ ਜਿਹੜਾ ਆਊਟਪੁੱਟ ਸੀ, ਜਿਹੜੀ ਫਸਲ ਸੀ, ਉਸ ਨੂੰ ਕੰਟਰੋਲ ਕਰਨ ਲਈ 3 ਕਾਨੂੰਨ ਆਏ ਸੀ। ਕਾਨੂੰਨ ਵੀ ਬੜੇ ਮਾੜੇ ਆਏ 2020 ਦੇ ਵਿੱਚ, ਜਦੋਂ
ਤੁਸੀਂ ਇਹ ਦੇਖੋ ਵੀ ਜਦੋਂ ਕਰੋਨਾ ਚੱਲ ਰਿਹਾ ਸੀਗਾ, ਲੋਕ ਬਾਹਰ ਨਹੀਂ ਸੀ ਆ ਰਹੇ, ਸਾਰਾ ਕੁਝ ਬੰਦ ਸੀਗਾ, ਉਹਨਾਂ ਦਿਨਾਂ 'ਚ ਇਹ ਕਾਨੂੰਨ ਬਣਾ ਦਿੱਤੇ ਗਏ। ਤੇ ਹੁਣ ਇਹਨਾਂ ਨੇ ਜਾਣਬੁੱਝ ਕੇ ਉਸ ਵੇਲੇ ਵਾਪਸ ਕੀਤੇ ਵੀ ਇੱਕ ਇਲੈਕਸ਼ਨ 'ਚ ਜਾਣਗੇ, ਭੱਜਣਗੇ, ਸਭ ਤਿਆਰ ਹੈ। ਇਲੈਕਸ਼ਨ ਫਰਵਰੀ 'ਚ 2-3 ਮਹੀਨੇ ਪਹਿਲਾਂ ਇਹਨਾਂ ਨੇ ਸਾਰਾ ਕੁਝ ਕਰਤਾ। ਉਹ ਕਰਨ ਲੱਗਿਆ ਨੇ ਬੜੀ ਸ਼ਰਾਰਤ ਭਰਪੂਰ ਸਾਰੀ ਗੱਲ ਸੀ ਵੀ 3 ਕਾਨੂੰਨ ਵਾਪਸ ਕਰ ਲਏ, ਪਰ ਜਿਹੜੀ ਮੇਨ ਮੰਗ ਸੀ, ਮੈਂ ਹਜੇ ਵੀ ਇਹਨੂੰ ਮੇਨ ਮੰਗ ਸਮਝਦਾ, ਜਿਹੜੀ ਮਾਰਕੀਟ ਨਾਲ ਜੁੜੀ ਪਈ ਹੈ, ਉਹ ਹੈ ਵੀ ਤੁਸੀਂ ਫਸਲ ਦੀ ਜਿਹੜਾ ਘੱਟੋ ਘੱਟ ਮੁੱਲ ਹੈ, ਮਾਰਕੀਟ ਨਾਲ ਵੀ ਜੁੜੀ ਹੈ ਤੇ ਕਿਸਾਨਾਂ ਦੀ ਆਮਦਨ ਨਾਲ ਵੀ ਜੁੜੀ ਆਮਦਨ ਹੋਈ ਨਾਲ ਵੀ ਜੁੜੀ ਹੋਈ ਹੈ, ਬੇਸਿਕ ਜੁੜੀ ਹੋਈ ਹੈ। ਉਹ ਇਹ ਸੀ ਵੀ ਤੁਸੀਂ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਹੈ, ਜਿਹਨੂੰ MSP ਮਿਨੀਮਮ ਪ੍ਰਾਈਸ ਕਹਿੰਦੇ ਆ, ਤੇ ਉਹ ਜਿਹੜਾ ਘੱਟੋ ਘੱਟ ਮੁੱਲ ਹੈ, ਸਮਰਥਨ ਮੁੱਲ ਹੈ, ਉਸ ਨੂੰ ਤੁਸੀਂ ਕਾਨੂੰਨੀ ਬਣਾਓ, ਗਰੰਟੀ ਬਣਾਓ, ਗਰੰਟੀ ਉਹਦੇ ਉੱਤੇ ਗਰੰਟੀ ਹੋਵੇ ਵੀ ਇੰਨਾ ਤੁਹਾਡਾ ਵਿਕੇਗਾ। ਜੇ ਫਰਜ਼ ਕੀਤਾ ਵੀ ਮਾਰਕੀਟ ਵਿੱਚ ਘੱਟ ਵਿਕ ਰਿਹਾ ਤਾਂ ਸਰਕਾਰਾਂ ਉਹ ਜਿਹੜਾ ਗੈਪ ਹੈ ਉਸ ਨੂੰ ਕੰਪਨਸੇਟ ਕਰਨ, ਪੂਰਾ ਕਰਨ, ਉਹ ਗੈਪ ਸਰਕਾਰਾਂ ਦੇਣ। ਕਿਸਾਨ ਨੂੰ ਜਿੰਨਾ ਫਸਲ ਦਾ ਰੇਟ ਹੈ ਜਿਹੜਾ ਡਿਕਲੇਅਰ ਕੀਤਾ, ਹੁਣ ਜਿਹੜਾ ਸੀ ਹੁਣ ਤੱਕ ਜਿਹੜੀ MSP ਘੱਟੋ ਘੱਟ 40 ਸਾਲਾਂ ਦੀ ਡਿਕਲੇਅਰ ਹੋ ਰਹੀ ਹੈ, ਇਹਦੇ ਵਿੱਚ ਸਿਰਫ ਮੁੱਲ ਜਿਹੜਾ ਹੁੰਦਾ ਉਹ ਨੋਸ਼ਨਲ ਹੁੰਦਾ। ਜਿਵੇਂ ਫਰਜ਼ ਕੀਤਾ ਵੀ ਕੋਈ 2000 ਰੁਪਏ ਦੇ ਹਿਸਾਬ ਨਾਲ ਕੋਈ MSP ਹੋਵੇ, ਤਾਂ ਕਈ ਥਾਈਂ ਤਾਂ UP, ਬਿਹਾਰ, ਹੋਰ ਕਈ ਏਰੀਆ ਵਿੱਚ ਤਾਂ 1500 ਜਾਂ 1000 ਰੁਪਇਆ ਅੱਧੇ ਮੁੱਲ ਤੇ ਵਪਾਰੀ ਖਰੀਦੀ ਜਾਂਦੇ, ਉੱਥੇ ਲਾਗੂ ਹੀ ਨਹੀਂ ਕਰਦੇ। ਵੈਸੇ ਵੀ ਸਿੱਧੂ ਸਾਹਿਬ ਜਿਹੜੀਆਂ 23 ਆਈਟਮਾਂ ਹੈਗੀਆਂ, 23 ਵਸਤਾਂ ਹੈਗੀਆਂ ਜਿਨ੍ਹਾਂ ਦੀ ਘੱਟੋ ਘੱਟ ਕੀਮਤ ਤੈਅ ਕੀਤੀ ਜਾਂਦੀ ਹੈ, ਪਰ ਮੁੱਖ ਤੌਰ ਤੇ ਮਿਲਦੀ ਤਾਂ ਕਣਕ ਤੇ ਝੋਨੇ ਦੀ ਹੈ। ਬਿਲਕੁਲ ਬਿਲਕੁਲ, 2 ਫਸਲਾਂ ਦੀ ਮਿਲਦੀ ਹੈ, ਬਾਕੀਆਂ ਤਾਂ ਮਿਲਦੀ ਨਹੀਂ ਸੀ। ਤੇ ਇਸ ਕਰਕੇ ਇਹਨਾਂ ਨੇ ਇਹ ਜਿੰਨਾ ਚਿਰ ਫਸਲ ਦਾ ਤੁਸੀਂ ਘੱਟੋ ਘੱਟ, ਹੁਣ ਹੈਰਾਨੀ ਵਾਲੀ ਗੱਲ ਹੈ ਸਿਰਫ ਪੰਜਾਬ, ਹਰਿਆਣਾ ਤੇ ਕੁਝ UP 'ਚ ਕੁਝ ਕਹਿ ਦਿਓ ਵੀ ਉੱਥੋਂ ਮਿਲਦੀ ਸੀ, UP 'ਚ ਵੀ ਨਹੀਂ ਸੀ ਮਿਲਦੀ। ਇਸ ਕਰਕੇ UP ਦਾ ਜਿਹੜੀ ਫਸਲ ਸੀ, ਜਾਂ ਖਾਸ ਕਰਕੇ ਜਮਨਾ ਦੇ ਨਾਲ ਪਰਲੇ ਪਾਸੇ ਦੇ ਇਲਾਕੇ ਦਾ, ਉਹ ਸਾਰਾ ਆ ਕੇ ਹਰਿਆਣੇ 'ਚ ਵਿਕਦਾ ਰਿਹਾ ਹੈਗਾ। ਉੱਥੇ ਵੀ ਪੂਰੀ ਕਦੇ MSP ਦਿੱਤੀ ਨਹੀਂ, ਨਾ ਝੋਨੇ ਦੀ ਦਿੱਤੀ ਹੈ ਤੇ ਨਾ ਉਹਨਾਂ ਨੇ ਕਣਕ ਦੀ ਦਿੱਤੀ ਹੈ। ਇਸ ਕਰਕੇ ਅਸੀਂ ਵੀ ਬੜੇ ਇਹਦੇ ਤੇ ਹੈਰਾਨੀ ਹੁੰਦੀ ਸੀ ਵੀ ਤੁਸੀਂ ਐਡਾ ਵੱਡਾ UP ਦਾ ਸੂਬਾ ਹੋਵੇ, ਉੱਥੇ MSP ਨਹੀਂ, ਉਹਨਾਂ ਦੀ ਖਰੀਦ ਵੀ ਬਹੁਤ ਘੱਟ ਹੁੰਦੀ ਹੈ, ਜਿਹੜੀ FCI ਖਰੀਦ ਕਰਦੀ ਹੈ, ਬਹੁਤ ਥੱਲੇ ਸੂਬਾ। ਅਸੀਂ ਹੁਣ ਕਮੇਟੀ ਦੀ ਗੱਲ ਕਰੀਏ, ਕਮੇਟੀ ਦੀ ਜਿਹੜੀ ਬਣਤਰ ਹੈ, ਜਿਹਦੇ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਇਤਰਾਜ਼ ਹੈਗਾ ਕਿ ਇਸ ਕਮੇਟੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ 3 ਨੁਮਾਇੰਦਿਆਂ ਵਾਲੀ ਥਾਂ ਰੱਖੀ ਗਈ ਹੈ। ਬਾਕੀ ਜਿੰਨੇ ਵੀ ਨੁਮਾਇੰਦੇ ਹੈਗੇ ਆ, ਬੇਸ਼ੱਕ 29 ਮੈਂਬਰੀ ਜਾਂ 28 ਮੈਂਬਰੀ ਕਮੇਟੀ ਹੈਗੀ ਹੈ, ਤੇ ਇਸ ਦੇ ਜਿਹੜੇ ਚੇਅਰਮੈਨ ਹੈ ਉਹ ਵੀ ਉਹਨਾਂ ਨੂੰ ਬਣਾਇਆ ਗਿਆ ਜਿਹੜੇ ਖੇਤੀ ਸੈਕਟਰੀ ਸੀ ਉਸ ਸਮੇਂ, ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਸੀ। ਤੇ ਇਸ ਤਰ੍ਹਾਂ ਜਿਹੜੀਆਂ ਉਹ ਯੂਨੀਅਨਾਂ ਨੂੰ ਲਿਆ ਗਿਆ, ਜਿਹੜੀਆਂ ਯੂਨੀਅਨਾਂ ਉਸ ਸਮੇਂ ਖੇਤੀ ਕਾਨੂੰਨਾਂ ਦੇ ਹੱਕ 'ਚ ਭੁਗਤਦੀਆਂ ਸੀ। ਤਾਂ ਬਾਕੀ ਦੇ ਵੀ ਜਿਹੜੇ ਲੋਕ ਹੈ ਉਹ ਉਸ ਨਾਲ ਜੁੜੇ ਹੋਏ ਸੀਗੇ, ਜਿਹੜੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਸੀਗੇ। ਸੋ ਇਸ ਕਰਕੇ ਇਹ ਜਿਹੜੀ ਹੁਣ ਸਥਿਤੀ ਬਣੀ ਹੈ, ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦਾ ਇਹ ਕਹਿਣਾ ਹੈ ਕਿ ਬਕਾਇਦਾ ਕੇਂਦਰ ਸਰਕਾਰ ਨੇ ਉਸ ਸਮੇਂ ਗਰੰਟੀ ਦਿੱਤੀ ਸੀਗੀ, ਕਿਹਾ ਸੀਗਾ ਕਿ ਅਸੀਂ MSP ਦਾ ਜਿਹੜਾ ਗਰੰਟੀ ਕਾਨੂੰਨ ਬਣਾਵਾਂਗੇ, ਪਰ ਹੁਣ ਸਰਕਾਰ ਮੁੱਕਰ ਰਹੀ ਹੈ, ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਔਰ ਨਾਲ ਕਿਸਾਨ ਇਹ ਵੀ ਮੰਗ ਕਰ ਰਹੇ ਕਿ ਜਿਹੜੇ ਕਿਸਾਨ ਉਦੋਂ ਸ਼ਹੀਦ ਹੋਏ, ਨਾ ਤਾਂ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ, ਨਾ ਲਖੀਮਪੁਰ 'ਚ ਜੋ ਘਟਨਾ ਵਾਪਰੀ ਉਸ ਦੇ ਜਿਹੜੇ ਸੀਗੇ ਉਹਨਾਂ ਪੀੜਤ ਪਰਿਵਾਰਾਂ ਨੂੰ ਮਦਦ ਦੇਣੀ ਸੀ, ਮੁਆਵਜ਼ਾ ਦੇਣਾ ਸੀ, ਨਾ ਉਹ ਮਿਲਿਆ। ਤੇ ਨਾ ਹੀ ਜਿਹੜਾ ਕੇਂਦਰੀ ਮੰਤਰੀ ਹੈਗਾ ਜਿਹੜਾ ਅਜੇ ਮਿਸ਼ਰਾ, ਉਹਨੂੰ ਬਰਖਾਸਤ ਵੀ ਨਹੀਂ ਕੀਤਾ ਗਿਆ। ਸੋ ਕਿਸਾਨਾਂ ਨੇ ਫਿਰ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਮੋਰਚੇ ਦੀ ਤਿਆਰੀ ਕਰ ਲਈ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈ ਰਹੇ ਹੋ? ਦੇਖੋ, ਮੈਂ ਜਿਹੜੇ ਇਸੇ ਕਰਕੇ ਕਹਿਣਾ ਸੀ ਵੀ ਸਭ ਤੋਂ ਇੰਪੋਰਟੈਂਟ ਜਿਹੜਾ ਵੱਡਾ ਮਸਲਾ ਹੈ ਉਹ ਹੈਗਾ MSP ਦਾ ਜਿਹੜਾ ਪੈਨਲ ਬਣਾਇਆ ਇਹਨਾਂ ਨੇ ਹੁਣ, ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਸੰਜੇ ਅਗਰਵਾਲ ਨੂੰ ਅੱਗੇ ਲੈ ਆਏ, ਉਸੇ ਨੂੰ ਚੇਅਰਮੈਨ ਬਣਾਤਾ ਜਿਹੜਾ ਨੈਗੋਸ਼ੀਏਟ, ਉਹਦੇ ਵਿੱਚ ਸਾਰੇ ਦੇ ਸਾਰੇ ਮੈਂਬਰ ਆ, ਜਿਹੜੇ ਮੈਜੋਰਿਟੀ ਮੈਂਬਰ ਆ ਹੈਗੇ, ਉਹ BJP ਨਾਲ ਹੀ ਜੁੜੇ ਹੋਏ ਟੇਢੇ ਬਿੰਗੇ ਤਰੀਕੇ ਨਾਲ, ਉਹ ਸਾਰੇ। ਤੇ ਏਜੰਡਾ ਵੀ ਦੇਖੋ ਤੁਸੀਂ, ਉਹਦੇ ਵਿੱਚ ਹਜੇ ਤੁਸੀਂ ਇੱਕ ਗੱਲ ਨਹੀਂ ਦੱਸੀ, ਉਹਦੇ 'ਚ ਜਿਹੜਾ ਟਰਮਸ ਆਫ ਰੈਫਰੈਂਸ ਹੈ ਉਹਦੇ ਵਿੱਚ ਹੈ ਵੀ ਮਾਰਕੀਟ ਦਾ ਸੁਧਾਰ ਵੀ ਉਹਨਾਂ ਨੇ ਟੇਢੇ ਤਰੀਕੇ ਨਾਲ ਪਾਇਆ। ਇਸੇ ਕਰਕੇ ਕਿਸਾਨਾਂ ਨੇ ਕਿਹਾ ਵੀ ਅਸੀਂ ਇਸ ਦਾ ਜਿਹੜਾ ਟਰਮਸ ਆਫ ਰੈਫਰੈਂਸ ਹੈ, ਇਹਦਾ ਇਹਦਾ ਖੇਤਰ ਹੈ ਸਾਰਾ ਪੈਨਲ ਦਾ ਕੰਮ ਕਰਨ ਦਾ, ਉਹ ਵੀ ਸਾਡੇ ਏਜੰਡਾ, ਇਹਨਾਂ ਦਾ ਏਜੰਡਾ ਹੀ ਸਾਡੇ ਫਿੱਟ ਨਹੀਂ, ਇਸ ਕਰਕੇ ਅਸੀਂ ਜੁਆਇਨ ਨਹੀਂ ਕਰਨਾ। ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ
ਵੱਡੀਆਂ 40 ਕਿਸਾਨ ਜਥੇਬੰਦੀਆਂ ਦੇ ਤਕਰੀਬਨ ਉਹਦੇ ਚ ਸੀਗੀਆਂ, ਸਾਰੇ ਯੂਪੀ ਦੀਆਂ, ਵੈਸਟਰਨ ਯੂਪੀ ਦੀਆਂ, ਰਾਜਸਥਾਨ ਦੀਆਂ, ਪੰਜਾਬ ਹਰਿਆਣਾ ਦੀਆਂ। ਉਹ ਸੰਯੁਕਤ ਕਿਸਾਨ ਮੋਰਚਾ ਬੇਸ਼ੱਕ ਥੋੜੀ ਜਿਹੀ ਟੁੱਟ ਭੱਜ ਹੋਈ ਸੀ, ਉਹਨਾਂ ਨੇ ਕੁਝ ਪਾਰਟੀਆਂ ਕੱਢਤੀਆਂ ਸੀ, ਵਾਪਸ ਲੈ ਲਈਆਂ, ਉਹਨਾਂ ਨੇ ਟੋਟਲੀ ਇਹਨੂੰ ਰੱਦ ਕੀਤਾ, ਕਿਉਂਕਿ ਇਹਦਾ ਏਜੰਡਾ ਹੀ ਆ ਜਿਹੜਾ ਪੈਨਲ ਦਾ, MSP ਵਾਲੀ ਕਮੇਟੀ ਬਣਾਈ ਆ, ਇਹ ਪੈਨਲ ਦਾ ਏਜੰਡਾ ਹੀ ਆਪਣੇ ਆਪ ਦੇ ਵਿੱਚ ਬੀਜੇਪੀ ਨੂੰ ਜਾਂ ਬੈਕਡੋਰ ਰਾਹੀਂ ਉਹ ਸਾਰਾ ਕੁਝ ਕਰਨਾ ਹੈ, ਉਹਨਾਂ ਨੂੰ ਅੱਗੇ ਲੈ ਕੇ ਆਉਂਦਾ, ਜਿਹੜੇ ਕਿ ਕਿਸਾਨ ਜਿਹੜੇ ਐਂਟੀ ਕਿਸਾਨ ਬਿੱਲ ਸੀ, ਕਿਸਾਨ ਵਿਰੋਧੀ ਬਿੱਲ ਸੀ, ਉਹਨਾਂ ਦੀ ਸਪੋਰਟ ਕਰਦੇ ਸੀ ਸਾਰੇ, ਉਹ ਜਥੇਬੰਦੀਆਂ ਆਈਆਂ, ਇਹਨਾਂ ਦੀ ਆਪਣੀਆਂ ਹੀ RSS ਨਾਲ ਜੁੜੀਆਂ ਜਾਂ BJP ਨਾਲ ਜੁੜੀਆਂ, ਇਸ ਕਿਸਮ ਦੀਆਂ, ਇਸ ਕਰਕੇ ਉਹਨਾਂ ਨੇ ਰਿਜੈਕਟ ਕੀਤਾ। ਪੰਜਾਬ ਨੂੰ ਕੋਈ ਥਾਂ ਨਹੀਂ ਦਿੱਤੀ, ਉਹ ਵੱਖਰੀ ਗੱਲ ਆ, ਪਰ ਰਿਜੈਕਟ ਸਾਰਾ ਬਾਕੀ ਵੀ ਕਿਸੇ ਦਾ ਉਹਦਾ ਐਕਸ਼ਨ ਜਿਹੜਾ ਕਾਰ ਵਿਹਾਰ ਹੋਊਗਾ ਉਹ ਕਦੇ ਵੀ ਕਿਸਾਨਾਂ ਦੇ ਹੱਕ ਵਾਲਾ ਨਹੀਂ ਹੋ ਸਕਦਾ। ਜਿਹੜਾ ਕਮੇਟੀ ਦਾ ਅਧਿਕਾਰ ਖੇਤਰ ਹੈ, ਕਿਸਾਨਾਂ ਨੂੰ ਉਹਦੇ ਤੇ ਇਤਰਾਜ਼ ਹੈ, ਉਸੇ ਤੇ ਬੇਸਿਕ ਉਸਦੇ ਜਿਹੜਾ ਜਿਹਨੂੰ ਅਸੀਂ ਪੰਜਾਬੀ ਚ ਕੀ ਕਹਾਂਗੇ ਟਰਮ ਆਫ ਰੈਫਰੈਂਸ ਤੇ। ਹਾਂਜੀ, ਇਹਦੇ ਤੇ ਸਾਹਿਬ ਇੱਕ ਹੋਰ ਵੀ ਆ ਰਿਹਾ, ਉਂਗਲ ਉੱਠ ਰਹੀ ਹੈ ਇਸ ਕਮੇਟੀ ਬਾਰੇ, ਕਿ ਜਿਸ ਤਰ੍ਹਾਂ ਫਸਲੀ ਵਿਭਿੰਨਤਾ ਦੀ ਗੱਲ ਤਾਂ ਕੀਤੀ ਗਈ ਹੈ, ਪਰ ਫਸਲੀ ਵਿਭਿੰਨਤਾ ਦੇ ਨਾਲ ਜਿਹੜੇ ਨਾਲ ਹੋਰ ਸਹਾਇਕ ਧੰਦੇ ਹੈਗੇ ਆ ਖੇਤੀ ਦੇ, ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਿਸ ਤਰ੍ਹਾਂ ਪਸ਼ੂ ਪਾਲਣ ਹੈ, ਨਾ ਉਹਨਾਂ ਨਾਲ ਸੰਬੰਧਿਤ ਜਿਹੜੇ ਕੋਈ ਮਾਹਰ ਹੈ ਉਹਨਾਂ ਨੂੰ ਕਮੇਟੀ 'ਚ ਲਿਆ ਗਿਆ, ਕਮੇਟੀ ਦਾ ਹਿੱਸਾ ਨਹੀਂ ਬਣਾਏ ਗਏ। ਸੋ ਇਸ ਕਰਕੇ ਬਹੁਤ ਸਾਰਾ ਕੁਝ ਇਸ ਤਰ੍ਹਾਂ ਦਾ ਹੈ ਜਿਹਦੇ ਤੇ ਕਿਸਾਨ ਜਿਹੜਾ ਮੋਰਚਾ ਹੈ ਉਸ ਨੂੰ ਇਤਰਾਜ਼ ਹੈਗੇ ਆ ਕਿ ਉਹਨਾਂ ਇਹ ਕੇਂਦਰ ਸਰਕਾਰ ਉਹਨਾਂ ਨੂੰ ਭਰੋਸੇ 'ਚ ਲਏਗੀ, ਜਾਂ ਫਿਰ ਇਹ ਜਿਹੜੇ ਇਸ ਤਰ੍ਹਾਂ ਦੀ ਸਥਿਤੀ ਉਹਨਾਂ ਨੇ ਬਣਾਈ ਹੈ ਕਿ ਇਹ ਸਿਰਫ ਕਮੇਟੀ ਅੱਖਾਂ ਪੂੰਝਣ ਦੇ ਲਈ ਹੀ ਬਣਾਈ ਗਈ ਹੈ। ਬਿਲਕੁਲ, ਇਹ ਸਿਰਫ ਕਮੇਟੀ ਹੈ ਵੀ ਇਹ ਵਰਕ ਨਹੀਂ ਕਰ ਸਕੇਗੀ। ਹੁਣ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਅਗਸਤ ਦੇ ਵਿੱਚ ਫਿਰ ਇਹ ਮੋਰਚਾ ਜੰਤਰ ਮੰਤਰ ਜਾ ਰਹੇ ਆ, ਜਾਣ ਦੇਣਗੇ ਨਹੀਂ ਜਾਣ ਦੇਣਗੇ, ਦਿੱਲੀ ਦੇ ਇਹ ਬਰੂਹਿਆਂ ਤੇ ਪਹੁੰਚਣਗੇ, ਕਿਵੇਂ ਹੋਣਗੇ ਇਹ ਦੇਖਿਆ ਜਾਏਗਾ। ਅਗਸਤ 'ਚ ਇਹਨਾਂ ਨੇ ਸਾਰਾ ਪ੍ਰੋਗਰਾਮ ਮਿੱਥ ਲਿਆ, ਕਰਨਾ ਸਾਰਾ, ਤੇ ਇਸ ਵਾਰ ਓਨਾ ਹੋਏਗਾ ਕਿ ਨਹੀਂ ਅਸੀਂ ਕਹਿ ਸਕਦੇ। ਦੂਸਰੀ ਗੱਲ ਜ਼ਰੂਰ ਇਹ ਆ ਵੀ ਜਿਹੜੀ ਖੇਤੀ ਵਿਭਿੰਨਤਾ ਦੀ ਗੱਲ ਕੀਤੀ ਹੈ, ਡਾਇਵਰਸਿਟੀ ਦੀ ਗੱਲ ਕੀਤੀ ਹੈ, ਉਹਦੇ ਲਈ ਵੀ ਬਹੁਤ ਜ਼ਰੂਰੀ ਹੈ ਵੀ ਜੇ ਫਸਲ ਦਾ ਜਿਹੜਾ MSP ਹੈ ਉਹ ਗਰੰਟੀਡ ਹੋਵੇ, ਉਹਦੇ ਤੇ ਗਰੰਟੀ ਹੋਵੇ, ਫਿਰ ਬੰਦੇ ਜ਼ਰੂਰ ਦੂਜੀ ਫਸਲ ਬੀਜ ਲੈਣਗੇ। ਜਿਵੇਂ ਹੁਣ ਤੁਸੀਂ ਦੇਖੋ ਮੂੰਗੀ ਦੇ ਉੱਤੇ ਇਸ ਵਾਰ ਭਗਵੰਤ ਮਾਨ ਨੇ ਕਿਹਾ ਵੀ ਜਿਹੜੇ ਜੇ ਘੱਟ ਰੇਟ ਤੇ ਵਿਕੀ ਤਾਂ ਅਸੀਂ ਪੈਸੇ ਦੇਵਾਂਗੇ, ਦਿੱਤੇ ਵੀ ਆ, ਉਹ ਸਾਰਾ ਰੇਟ ਦੇ ਮੁਤਾਬਕ ਉਹਨੇ ਕਿਹਾ ਵੀ ਖਰੀਦਿਆ ਵੀ ਆ ਉਹਨਾਂ ਨੇ। ਇਸ ਤਰੀਕੇ ਨਾਲ ਜੇ ਖੇਤੀ ਦੇ ਵਿੱਚ ਪਾਣੀ ਬਚਾਉਣਾ, ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਸਾਰਾ ਕੁਝ ਕਰਨਾ। ਹਾਂ, ਖੇਤੀ ਦੇ ਕਾਨੂੰਨਾਂ ਨੂੰ ਤੁਸੀਂ ਜੇ ਖੇਤੀ ਦੇ ਵਿੱਚ ਡਾਇਵਰਸਿਟੀ ਲਿਆਉਣਾ ਚਾਹੁੰਦੇ ਹੋ ਵੀ ਫਸਲੀ ਚੱਕਰ ਕਣਕ ਤੇ ਝੋਨੇ ਦਾ ਖਤਮ ਹੋਵੇ, ਫਿਰ ਵੀ ਜਿਹੜਾ ਇਹ MSP ਨੂੰ ਕਾਨੂੰਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਹਦੀ ਪੇਮੈਂਟ ਵੀ ਹੋਣੀ ਇਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ, ਜਿਹੜਾ ਵਿਚਾਲੇ ਫਰਕ ਹੋਵੇ ਉਹ ਸਰਕਾਰਾਂ ਦੇਣ। ਇਸ ਤੋਂ ਬਗੈਰ ਬਿਲਕੁਲ ਹੀ ਫਿਰ ਤਾਂ ਜਿਹੜੀ ਫਸਲ ਦਾ ਹੁਣ ਝੋਨਾ ਤੇ ਕਣਕ ਹੈ, ਇਸ ਦੇ ਵਿੱਚ ਥੋੜੇ ਜਿਹੇ ਲੋਕਾਂ ਨੂੰ ਪੈਸੇ ਕਿਸਾਨਾਂ ਨੂੰ ਜ਼ਿਆਦਾ ਹੁੰਦੇ, ਫਿਰ ਇਸੇ ਚੱਕਰ 'ਚ ਰਹਿਣਗੇ। ਇਹ ਫਸਲੀ ਚੱਕਰ ਬਦਲਣ ਲਈ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ MSP ਦਾ ਗਰੰਟੀਡ ਹੋਣਾ, ਉਸ ਉੱਤੇ ਗਰੰਟੀ ਦੇਣੀ, ਕਾਨੂੰਨੀ ਬਣਾਉਣਾ, ਇਹ ਸਭ ਤੋਂ ਜ਼ਰੂਰੀ ਸਟੈਪ ਹੈ ਖੇਤੀ ਬਚਾਉਣ ਲਈ। ਇੱਕ ਗੱਲ ਹੋਰ ਇਹਦੇ ਨਾਲ ਮੈਂ ਹੋਰ ਕਹਿਣਾ ਚਾਹੁੰਦਾ ਵੀ ਦੁਨੀਆ ਸਾਰੀ ਦੇ ਵਿੱਚ ਖੇਤੀ ਜੇ ਸਰਕਾਰਾਂ ਮਦਦ ਨਹੀਂ ਕਰਦੀਆਂ ਤਾਂ ਖੇਤੀ ਕਿਸੇ ਦੇਸ਼ ਦੀ ਬਗੈਰ ਚੱਲ ਨਹੀਂ ਸਕਦੀ। ਹਮੇਸ਼ਾ ਵੱਡੀ ਸਬਸਿਡੀ ਦੇਣੀ ਪੈਂਦੀ ਹੈ, ਸਰਕਾਰਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਪੈਂਦੀ ਹੈ। ਅਮਰੀਕਾ, ਯੂਰਪ, ਸਾਰੀ ਦੁਨੀਆ ਦੇ ਜਿਹੜੇ ਕਿਸਾਨਾਂ ਦੀ ਉੱਥੋਂ ਦੀਆਂ ਗੌਰਮੈਂਟਾਂ ਬਹੁਤ ਵੱਡੇ ਤਰੀਕੇ ਨਾਲ ਵਰਤ ਰਹੀਆਂ, ਉਹ ਬੜੇ ਟੇਢੇ ਤਰੀਕੇ ਨਾਲ ਦਿੰਦੀਆਂ, ਕਿਸੇ ਗ੍ਰੀਨ ਹਾਊਸ ਬਣਾ ਕੇ, ਕਿਤੇ ਜੈਲੋ ਹਾਊਸ ਬਣਾ ਕੇ, ਇਹੋ ਜਿਹੇ ਜਿਹੜੇ ਹੈ এনवायरमेंट ਦੇ ਨਾਮ ਤੇ ਬਹੁਤ ਪੈਸੇ ਦੇ ਰਹੇ ਆ। ਤੇ ਕਈ ਵਾਰੀ ਤਾਂ এনवायरमेंट ਦੇ ਨਾਮ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਖੇਤ ਖਾਲੀ ਛੱਡ ਦਿਓ, ਫਸਲ ਨਾ ਕਰੋ, ਇਹ ਵੀ ਚੱਲ ਰਿਹਾ। ਇਸ ਕਰਕੇ ਇਹ ਇੱਕ ਤਰੀਕੇ ਦੀ ਗਰੰਟੀ ਹੈ, ਜਿਹੜੀ ਪ੍ਰਾਈਸ ਦੀ ਗਰੰਟੀ ਦੇਣੀ ਹੈ, ਕੀਮਤ ਦੀ ਗਰੰਟੀ ਦੇਣੀ ਹੈ। ਇਹ ਸਾਰਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ। ਤੇ ਕਿਸਾਨ ਹੁਣ ਫਿਰ ਦੁਬਾਰਾ ਇਕੱਠੇ ਹੋ ਰਹੇ ਆ ਤੇ ਉਹਨਾਂ ਨੇ ਕੁਝ ਵਿੱਢ ਲਿਆ ਪ੍ਰੋਗਰਾਮ, ਤੇ ਅਗਸਤ ਦੇ ਵਿੱਚ ਮੈਨੂੰ ਲੱਗਦਾ ਫਿਰ ਦੁਬਾਰਾ ਸ਼ੁਰੂ ਹੋਏਗਾ ਤੇ ਬਾਕੀ ਦੇਖਿਆ ਜਾਏਗਾ। ਸਾਰਾ ਕੁਝ ਕਰਨਾ, ਇੱਕੋ ਇੱਕ ਜਿਹੜੀ ਫੋਰਸ ਹੈ ਜਿਹੜੀ ਲੜ ਸਕਦੀ ਹੈ ਅੱਜ ਦੇਸ਼ ਦੇ ਵਿੱਚ, ਉਹ ਕਿਸਾਨੀ ਹੈ। ਹੋਰ ਕਿਸੇ ਕੋਲੇ ਕੋਈ ਉਸ ਕਿਸਮ ਦੀ ਸਮਰੱਥਾ ਨਹੀਂ ਰਹਿ ਗਈ। ਇਹ ਟ੍ਰੇਡ ਯੂਨੀਅਨਾਂ ਕੋਲੇ, ਇਹਨਾਂ ਕੋਲੇ ਕਾਫੀ ਸਮਰੱਥਾ ਲੜਨ ਦੀ ਅਜੇ ਬਾਕੀ ਹੈ। ਹਾਂਜੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕੀਤੀ ਹੈ, ਅਸੀਂ ਦੇਖਦੇ ਹਾਂ ਕਿ ਪਹਿਲਾਂ ਵੀ ਸਰਕਾਰਾਂ ਵੱਲੋਂ ਕਮੇਟੀਆਂ ਬਣਾਈਆਂ ਜਾਂਦੀਆਂ ਰਹੀਆਂ, ਔਰ ਉਹ ਕਮੇਟੀਆਂ ਦੀਆਂ ਕਈ ਸਾਲ ਰਿਪੋਰਟਾਂ ਨਹੀਂ ਆਉਂਦੀਆਂ, ਕਈ ਸਾਲ ਉਹ ਲਟਕਦੇ ਹੀ ਰਹਿੰਦੇ ਆ ਮਾਮਲੇ।
ਔਰ ਕਈ ਵਾਰੀ ਫਿਰ ਚੋਣਾਂ ਦੇ ਲਾਗੇ, ਜਿਸ ਤਰ੍ਹਾਂ ਹੁਣ ਚੋਣਾਂ ਦੇ ਵੇਲੇ ਖੇਤੀ ਕਾਨੂੰਨ ਵਾਪਸ ਲਏ ਗਏ, ਇਸ ਤਰ੍ਹਾਂ ਹੀ ਹੋ ਸਕਦਾ ਚੋਣਾਂ ਤੱਕ ਇਸ ਕਮੇਟੀ ਨੂੰ ਹੀ ਖਿੱਚਿਆ ਜਾਵੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਮੇਟੀ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਕਿ ਕਮੇਟੀ 6 ਮਹੀਨੇ 'ਚ ਰਿਪੋਰਟ ਦੇਗੀ, ਕਮੇਟੀ ਸਾਲ 'ਚ ਰਿਪੋਰਟ ਦੇਗੀ, ਕਮੇਟੀ 8 ਮਹੀਨਿਆਂ 'ਚ ਰਿਪੋਰਟ ਦੇਗੀ। ਇਸ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਲੱਗਦਾ ਨਹੀਂ ਕਿ ਇਹ ਕਮੇਟੀ ਵੀ ਲੰਮਾ ਸਮਾਂ ਲਟਕਦੀ ਰਹਿ ਸਕਦੀ ਹੈ? ਬਿਲਕੁਲ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਇਹ ਵੀ ਟਾਈਮ ਬਾਉਂਡ ਕਮੇਟੀ ਚਾਹੀਦੀ ਹੈ, ਠੀਕ ਥੋੜੇ ਸਮੇਂ 'ਚ ਜਿੰਨਾ ਕੋਈ ਸਮਾਂ ਮਿੱਥਿਆ ਹੋਵੇ ਉਹਦੇ 'ਚ ਰਿਪੋਰਟ ਆਵੇ, ਫਿਰ ਇੱਥੋਂ ਤੱਕ ਵੀ ਲਾਗੂ ਹੋਵੇ। ਲਾਗੂ ਹੋਣ ਦੀਆਂ ਗਾਂਹ ਦੀਆਂ ਗੱਲਾਂ। ਪਹਿਲੀ ਇੱਥੇ ਗੱਲ ਤਾਂ ਰਿਪੋਰਟ ਬਿਲਕੁਲ ਖੁੱਲੀ ਕਮੇਟੀ ਦਾ ਸਾਰਾ ਕੰਮ ਛੱਡ ਰੱਖਿਆ, ਕਦੋਂ ਦੇਣੀ ਹੈ ਰਿਪੋਰਟ ਕੋਈ ਪਤਾ ਨਹੀਂ। ਇਸ ਕਰਕੇ ਇਹ ਸਾਰਾ ਅੱਖਾਂ ਪੂੰਝਣ ਦੀ ਗੱਲਬਾਤ ਹੈ, ਜਾਂ ਇਹ ਪੋਲੀਟਿਕਸ ਹੋ ਰਹੀ ਹੈ, ਜਾਂ ਇਹ ਗੱਲ ਨੂੰ ਲੰਬੀ ਖਿੱਚਣ ਲਈ ਵੀ ਚੱਲਣ ਜੋ ਸਾਲ ਹੋਰ 1.5 ਸਾਲ ਜਦੋਂ 24 ਦੀਆਂ ਇਲੈਕਸ਼ਨਾਂ ਹੋਣਗੀਆਂ ਉਦੋਂ ਨੇੜੇ ਤੇੜੇ ਦੇਖਾਂਗੇ, ਉਸ ਤੋਂ ਪਹਿਲਾਂ ਸਾਰਾ ਕੁਝ ਚੱਲਣ ਦਿਓ। ਇਹ ਵੀ ਪੋਸੀਬਿਲਿਟੀ ਹੈ। ਸਰ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਜਿਹੜੇ ਲੋਕ ਇਸ ਦੇ ਹਿੱਸੇਦਾਰ ਆ ਜਾਂ ਸਟੇਕ ਹੋਲਡਰ ਹੈ, ਉਹਨਾਂ ਨੂੰ ਭਰੋਸੇ 'ਚ ਲੈ ਬਿਨਾਂ ਜੇ ਕਮੇਟੀ ਕੁਝ ਕਰਦੀ ਵੀ ਹੈ ਤਾਂ ਉਹਦੇ ਕੋਈ ਅਰਥ ਨਹੀਂ ਰਹਿਣਗੇ? ਵੇਖੋ ਫੇਰ ਵੀ ਰਿਜੈਕਟ ਕਰ ਦੇਣਗੇ, ਪਰ ਫੇਰ ਰਿਜੈਕਟ ਕਰਨਗੇ, ਨਵੀਂ ਕਮੇਟੀ ਬਣੂਗੀ। ਸਵਾਲ ਇਹ ਹੈ ਵੀ ਇਹ ਕਮੇਟੀ ਹੁਣ ਪਹਿਲੀ ਕਮੇਟੀ ਇਹਨਾਂ ਨੇ ਮੁੱਢੇ ਰਿਜੈਕਟ ਕਰਤੀ। ਰਿਜੈਕਟ ਤਾਂ ਕੀਤਾ ਜਿਹੜਾ ਉਹਦਾ ਜਿਹੜਾ ਇਨਵੈਸਟੀਗੇਸ਼ਨ ਦਾ ਖੇਤਰ ਹੈ, ਖੋਜ ਦਾ ਖੇਤਰ ਹੈ, ਜਿੱਥੇ ਉਹਦੀ ਰਿਕਮੈਂਡੇਸ਼ਨ ਦਾ ਖੇਤਰ ਹੈ, ਉਹਦਾ ਅਧਿਕਾਰ ਖੇਤਰ ਜਿਹੜਾ ਤੈਅ ਕੀਤਾ ਗਿਆ ਜਿਹਦੇ 'ਚ ਉਹਨੇ ਕੰਮ ਕਰਨਾ। ਹਾਂ, ਜਿਹੜਾ ਕਮੇਟੀ ਦਾ ਏਜੰਡਾ ਕੀ ਹੈ, ਕੀ ਕਰਨਾ ਉਹਨਾਂ ਨੇ, ਉਹੀ ਉਹਨਾਂ ਨੇ ਰਿਜੈਕਟ ਕਰਤਾ। ਉਹੀ ਉਹ ਕਹਿੰਦੇ ਵੀ ਇਹ ਬੈਕਡੋਰ ਰਾਹੀਂ ਫਿਰ ਇਹ ਮੁੜ ਕੇ ਉਹ ਜਿਹਾ ਜਿਹਨੂੰ ਮਾਰਕੀਟ ਸੁਧਾਰਾਂ ਦੇ ਨਾਂ ਤੇ, ਮੰਡੀਆਂ ਦੇ ਸੁਧਾਰ ਦੇ ਨਾਮ ਤੇ ਕੁਝ ਉਹ ਜਿਹਾ ਲੈ ਰਹੇ ਆ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਫਿਰ ਇਹ ਸਮਝੋ ਵੀ ਪਿਛਲਾ ਜਿਹੜਾ ਸਾਡਾ ਇਹ ਹੋਇਆ ਸੀਗਾ ਕਿਸਾਨ ਮੋਰਚਾ ਚੱਲਿਆ ਇੰਨਾ ਲੰਬਾ ਸਮਾਂ, ਉਹਦਾ ਵੀ ਉਹ ਅੱਛੀ ਪ੍ਰਾਪਤੀ ਬਹੁਤ ਵੱਡੀ ਹੋਈ ਹੈ, ਪਰ ਪੂਰੀ ਪ੍ਰਾਪਤੀ ਜਿੰਨਾ ਚਿਰ ਇਹ ਬੇਸਿਕ ਗੱਲ ਨਹੀਂ ਪੂਰੀ ਹੁੰਦੀ ਉਹਨਾਂ ਚਿਰ ਪ੍ਰਾਪਤੀ ਅਸੀਂ ਕਹਿ ਨਹੀਂ ਸਕਦੇ। ਅਜੇ ਤੱਕ ਮੰਗਾਂ ਲਟਕਦੀਆਂ ਜਿਹੜੀਆਂ ਤੁਸੀਂ ਦੱਸਿਆ, ਜਿਹੜੀਆਂ ਸਾਰੀਆਂ ਮੰਗਾਂ ਉਹ ਲਟਕ ਰਹੀਆਂ। ਸਾਰਾ ਕੰਪਨਸੇਸ਼ਨ ਨਹੀਂ ਦਿੱਤੇ, ਅਜੇ ਮਿਸ਼ਰਾ ਉੱਥੇ ਲਟਕ ਰਿਹਾ, ਸਾਰਾ ਕੁਝ ਉਵੇਂ ਦੀ ਉਵੇਂ ਪਿਆ। ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਜਿਹੜੇ ਗੈਰ ਰਾਜਨੀਤਿਕ ਇੱਕ ਹਿੱਸਾ ਜਿਹੜਾ ਆਪਣੇ ਆਪ ਨੂੰ ਲਿਖ ਕੇ ਕਹਿੰਦਾ, ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹ ਪਿਛਲੇ ਰਸਤੇ ਸਰਕਾਰ ਅਸਲ 'ਚ ਮੁੜ ਕੇ ਫੇਰ ਖੇਤੀ ਕਾਨੂੰਨ ਲਿਆਉਣ ਲਈ ਆਧਾਰ ਜਿਹੜੀ ਹੈ ਤਿਆਰ ਕਰ ਰਹੀ ਹੈ। ਨਹੀਂ ਵੀ ਇਹ ਵੀ ਪੋਸੀਬਿਲਿਟੀ ਹੈ। ਬਾਕੀ ਦੇਖੋ ਇਹ ਸਾਰਾ ਕੁਝ ਕਹੇ ਤੋਂ ਬਗੈਰ ਤਾਂ ਫਿਰ ਮੋਬਿਲਾਈਜੇਸ਼ਨ ਨਹੀਂ ਹੁੰਦੀ ਕਿਸਾਨਾਂ ਦੀ, ਉਹ ਤਾਂ ਕਹਿਣਾ ਹੀ ਆ ਉਹਨਾਂ ਨੇ। ਪਰ ਸਵਾਲ ਹੈ ਵੀ ਕੁਝ ਕਰਨਾ ਹੀ ਨਹੀਂ ਚਾਹੁੰਦੀ। ਗੱਲ ਯਥਾ ਸਥਿਤੀ ਉਹੀ ਪਹਿਲੀ ਵਾਲੀ ਸਟੇਟਸ ਕੋ ਰੱਖਣਾ ਚਾਹੁੰਦੀ ਹੈ ਸਰਕਾਰ, ਕੁਝ ਵੀ ਨਹੀਂ ਕਰਨਾ ਚਾਹੁੰਦੀ। ਕਰਨ ਦਾ ਮਤਲਬ ਹੈ ਵੀ ਤੁਸੀਂ ਉਹਨਾਂ ਨੂੰ MSP ਨੂੰ ਗਰੰਟੀ ਦਿਓ, ਉਹਦੀ ਬਣੇਗੀ, ਦੇਗੀ, ਇਸ ਨਾਲ ਹੀ ਸਾਰੇ ਕੰਮ ਹੋਣਗੇ, ਫਸਲੀ ਚੱਕਰ ਵੀ ਚੱਲੇਗਾ ਤੇ ਹੋਰ ਕਿਸਾਨਾਂ ਦੀ ਖੇਤੀ ਥੋੜੀ ਘਣੀ ਬਚ ਜਾਏਗੀ। ਨਹੀਂ ਖੇਤੀ ਖਤਮ ਹੋ ਰਹੀ ਹੈ, ਕਿਸਾਨਾਂ ਦਾ ਸੁਸਾਈਡ ਬਚ ਜਾਏਗਾ, ਜਿਹੜੇ ਆਤਮ ਹੱਤਿਆਵਾਂ ਹੋ ਰਹੀਆਂ ਉਹ ਘਟਣਗੀਆਂ। ਇਹ ਸਾਰਾ ਕੁਝ ਉਹਦੇ ਨਾਲ ਹੀ ਜੁੜਿਆ ਹੋਇਆ, ਮੁੱਲ ਨਾਲ ਹੀ, ਕੀਮਤ ਨਾਲ ਹੀ ਜੁੜਿਆ ਹੋਇਆ। ਤੇ ਇਸ ਕਰਕੇ ਇਹ ਤਾਂ ਕਰਨਾ ਚਾਹੀਦਾ ਸਰਕਾਰ ਨੂੰ। ਤੇ ਫਿਰ ਇਹੀ ਹੈ ਮਤਲਬ ਕਿ ਜੀਵਨ ਤੇ ਮਰਨ ਦਾ ਇਹ ਸਾਰਾ ਹੈ, ਇਹਦੇ ਤੇ ਕਿਸਾਨਾਂ ਨੂੰ ਲੜਨਾ ਪਏਗਾ। ਵੈਸੇ ਵੀ ਸਿੱਧ ਸਾਹਿਬ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਜਿਹੜਾ ਖੇਤੀ ਦੇ ਅੰਦਰ ਜਿਹੜਾ ਰੁਜ਼ਗਾਰ ਹੈ ਉਹ ਵੀ ਲਗਭਗ ਜਿਹੜੀ ਕਾਸ਼ਤਕਾਰ ਹੈ ਜਾਂ ਜਿਹੜੇ ਖੇਤ ਮਜ਼ਦੂਰ ਹੈ 54% ਹੀ ਉਹਨਾਂ ਦਾ ਰੁਜ਼ਗਾਰ ਜਿਹੜਾ ਖੇਤੀ ਖੇਤਰ ਤੇ ਨਿਰਭਰ ਹੈ। ਤੇ ਉਹਨਾਂ ਦੇ ਵੀ ਜੇ ਇਹ ਸਥਿਤੀ ਨਹੀਂ ਠੀਕ ਹੁੰਦੀ ਜਾਂ ਫਿਰ ਦੁਬਾਰਾ ਉਸ ਪਾਸੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਖੇਤੀ ਕਾਨੂੰਨਾਂ ਵੱਲ, ਜਾਂ ਉਹ ਕਿਸੇ ਹੋਰ ਰੂਪ 'ਚ ਉਸ ਪਾਸੇ ਨੂੰ ਤੁਰਦੇ ਆ, ਤਾਂ ਉਹਦੇ ਨਾਲ ਫਿਰ ਉਹਨਾਂ ਦੇ ਵੀ ਮਾੜਾ ਅਸਰ ਪਏਗਾ ਸਾਰੇ। ਦੇਖੋ ਪਹਿਲੀ ਗੱਲ ਤਾਂ ਜਿਹੜਾ ਮੈਕਨਾਈਜੇਸ਼ਨ ਹੋ ਰਿਹਾ ਹੈ, ਮਸ਼ੀਨੀਕਰਨ ਬੜੇ ਲੰਬੇ ਸਮੇਂ ਦਾ ਹੋ ਰਿਹਾ ਪੰਜਾਬ ਦੇ ਵਿੱਚ ਤੇ ਹਰਿਆਣਾ 'ਚ, ਸਾਰੇ ਜਿੱਥੇ ਜਿੱਥੇ ਇੰਟੈਂਸਿਵ ਖੇਤੀ ਹੈ ਉੱਥੇ ਉੱਥੇ ਸਾਰਾ ਬੜੀ ਜ਼ੋਰ ਸ਼ੋਰ ਨਾਲ ਖੇਤੀ ਹੋ ਰਹੀ ਹੈ, ਖਾਸ ਕਰਕੇ ਕਣਕ ਤੇ ਝੋਨੇ ਵਾਲੇ ਏਰੀਆ 'ਚ। ਉੱਥੇ ਤਾਂ ਮਸ਼ੀਨੀਕਰਨ ਕਾਫੀ ਕੁਝ ਹੋ ਗਿਆ। ਇੱਕੋ ਹੀ ਸੀ ਮਸ਼ੀਨੀਕਰਨ, ਡਾਇਰੈਕਟ ਸੋਇੰਗ ਕਰਨੀ ਸ਼ੁਰੂ ਕਰ ਰਹੇ, ਸਿੱਧਾ ਬੀਜੋ ਝੋਨਾ, ਇਹ ਵੀ ਇਹ ਕਰ ਰਹੇ ਆ, ਉਹ ਪਨੀਰੀ ਲਾਉਣ ਦੀ ਥਾਂ ਤੇ। ਇਹ ਕੋਈ ਚੀਜ਼ ਛੱਡ ਨਹੀਂ ਰਹੇ, ਸਾਰਾ ਕੁਝ। ਉੱਥੇ ਵੀ ਰੁਜ਼ਗਾਰ ਹੈ ਜਿਹੜੇ ਉਹ ਜਿਹੜੇ ਕਿੱਤੇ ਆ ਹੋਰ ਜੁੜੇ ਹੋਏ ਕਿਸਾਨੀ ਨਾਲ, ਖੇਤੀ ਵਾਲੇ ਕਿਸਾਨ ਤੋਂ ਬਿਨਾਂ ਉਹਨਾਂ ਨੂੰ ਰੁਜ਼ਗਾਰ ਤਾਂ ਇਸ ਖੇਤਰ ਵਿੱਚ ਹੈ ਹੀ ਨਹੀਂ ਹੁਣ। ਤੇ ਸਾਡੀ ਜਿਹੜੀ ਇਦੋਂ ਵੱਧ ਦੀ ਪ੍ਰੋਡਕਸ਼ਨ ਨਹੀਂ ਹੋ ਸਕਦੀ। ਹੁਣ ਸਾਡੀ ਝੋਨੇ ਤੇ ਜਿਹੜੀ ਕਣਕ ਦੀ ਪ੍ਰੋਡਕਸ਼ਨ ਆ ਉਹ ਵਰਲਡ ਸਟੈਂਡਰਡ ਦੀ ਹੈ, ਸਾਰੀ ਦੁਨੀਆ ਵਿੱਚ ਅਸੀਂ ਮੈਚਿੰਗ ਹੈ, ਉਹਨਾਂ ਦੇ ਬਰਾਬਰ ਦਾ ਸਾਡੀ ਫਸਲ ਦਾ ਉਪਜਾਊ ਫਸਲ ਜਾਂ ਫਸਲ ਨਿਕਲ ਰਹੀ ਹੈ।
ਹਾਂਜੀ। ਪਰ ਕੀ ਜਿਹੜਾ ਅਧਿਕਾਰ ਖੇਤਰ ਦੀ ਤੁਸੀਂ ਗੱਲ ਕੀਤੀ ਹੈ, ਜਿਵੇਂ ਕੁਦਰਤੀ ਖੇਤੀ ਦੀ ਵੀ ਗੱਲ ਆ ਰਹੀ ਹੈ ਉਹਦੇ ਵਿੱਚ। ਹਾਂ, ਕੁਦਰਤੀ ਖੇਤੀ ਦੀ ਆ ਰਿਹਾ। ਕੁਦਰਤੀ ਖੇਤੀ ਦਾ ਜਿਹੜਾ ਸਿੱਧਾ ਹੈ, ਉਹਦੇ ਨਾਲ ਇਹ ਹੈ ਵੀ ਉੱਥੇ ਵੀ ਸੱਟ ਵੱਜਦੀ ਹੈ। ਜਿਹੜਾ ਕਾਰਪੋਰੇਟ ਸੈਕਟਰ ਹੈ, ਸਾਰੀਆਂ ਇਨਪੁਟਸ ਬਣਾਉਂਦਾ, ਫਰਟੀਲਾਈਜ਼ਰ ਤੇ ਇਨਸੈਕਟੀਸਾਈਡ ਤੇ ਵੀਡੀਸਾਈਡ, ਸਾਰੀਆਂ ਦਵਾਈਆਂ ਬਣਾਉਂਦਾ, ਉਹਦੇ ਤੇ ਸੱਟ ਪੈਂਦੀ ਹੈ। ਸਾਰਾ ਕੁਝ ਉਹ ਕੰਟਰੋਲ ਸਾਰਾ ਉਹਨਾਂ ਦੇ ਕੋਲ ਹੈ। ਉਹਨਾਂ ਦਾ ਰੇਟ ਵੀ ਕੰਟਰੋਲ ਹੈ। ਫਰਟੀਲਾਈਜ਼ਰ, ਹੁਣ ਜਿਵੇਂ ਫਰਟੀਲਾਈਜ਼ਰ ਦੀ ਜਿਹੜੀ ਸਬਸਿਡੀ ਹੈ ਉਹ ਬਹੁਤ ਵੱਧ ਜਾਂਦੀ ਹੈ। ਵੱਧਦੀ ਤਾਂ ਹੈ ਵੀ ਜਿਹੜਾ ਫਰਟੀਲਾਈਜ਼ਰ ਦੀ ਲੌਬੀ ਹੈ, ਇੰਡਸਟਰੀ ਹੈ ਸਾਰੀ, ਉਹ ਕਈ ਵਾਰੀ ਆਪਣਾ ਬੜਾ ਰੇਟ ਚੱਕ ਦਿੰਦੀ ਹੈ, ਜਾਂ ਇੰਟਰਨੈਸ਼ਨਲ ਲੈਵਲ ਤੇ ਰੇਟ ਚੁੱਕਿਆ ਜਾਂਦਾ, ਤਾਂ ਫਿਰ ਉਹਨਾਂ ਦਾ ਫਿਰ ਕਾਫੀ ਸਬਸਿਡੀ ਦਾ ਸਾਡਾ ਜਿਹੜਾ ਟੋਟਲ ਸਬਸਿਡੀ ਹੈ ਉਹ ਵੱਧ ਜਾਂਦੀ ਹੈ। ਇਸ ਕਰਕੇ ਸਾਰਾ ਕੁਝ ਜੁੜਿਆ ਹੋਇਆ। ਕਾਰਪੋਰੇਟ ਸੈਕਟਰ ਸਾਰਾ ਇਹ ਕੰਟਰੋਲ ਚ ਕਰਨਾ ਚਾਹੁੰਦਾ ਹੈ। ਇਸ ਤੋਂ ਬਚਣ ਲਈ ਸਰਕਾਰਾਂ ਨੂੰ ਜ਼ਰੂਰ ਇੱਕ ਕੁਸ਼ਨ, ਇੱਕ ਬਫਰ ਰੱਖਣਾ ਚਾਹੀਦਾ, ਤੇ ਜਿਹਦੇ ਕਰਕੇ ਵੀ ਤੁਸੀਂ ਘੱਟੋ ਘੱਟ ਹੋਰ ਚੀਜ਼ਾਂ ਨਹੀਂ ਰੋਕ ਸਕਦੇ। ਮਸ਼ੀਨਰੀ ਵੀ ਸਰਕਾਰ ਕਾਰਪੋਰੇਟ ਹਾਊਸਸ ਬਣਾਉਂਦੇ ਆ, ਤਾਂ ਤੁਸੀਂ ਇਹਦਾ ਫਸਲ ਦਾ ਮੁੱਲ ਤਾਂ ਦੇ ਦਿਓ ਉਸ ਇੱਕ ਫਿਕਸ ਕਰਕੇ। ਤੇ ਨਾਲੇ ਸਵਾਮੀਨਾਥਨ ਕਮੇਟੀ ਨੇ ਵੀ ਬਿਲਕੁਲ ਕਿਹਾ ਵੀ ਤੁਸੀਂ ਫਸਲ ਦਾ ਮੁੱਲ ਦੇ ਉੱਤੇ ਤੁਸੀਂ 50% ਸਾਰੀ ਟੋਟਲ ਗਿਣ ਕੇ ਉਹਦੇ ਤੇ ਪ੍ਰੋਫਿਟ ਹੋਵੇ, ਮੁਨਾਫਾ ਹੋਵੇ। ਸਵਾਮੀਨਾਥਨ ਕਮੇਟੀ ਇਹਨਾਂ ਨੇ ਮੰਨ ਕੇ, ਜਦੋਂ 14 ਵਿੱਚ ਸੀ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਇਹ ਕਹਿ ਕੇ ਤਾਂ ਮੋਦੀ ਤਾਂ ਬੀਜੇਪੀ ਇਲੈਕਸ਼ਨ ਜਿੱਤੀ ਸੀ। ਉਸ ਤੋਂ ਬਾਅਦ ਹੁਣ ਗੱਲ ਹੀ ਨਹੀਂ ਕਰਦੇ। 14 ਤੋਂ ਬਾਅਦ ਦੂਜੀ ਇਲੈਕਸ਼ਨ ਵੀ ਹੋ ਗਈ। ਇਸ ਕਰਕੇ ਬਹੁਤ ਜ਼ਰੂਰੀ ਹੈ ਸਾਰਾ ਇਹ ਸਾਰਾ ਕੁਝ ਭਾਅ ਨਾਲ, ਕੀਮਤਾਂ ਨਾਲ MSP ਜੁੜਿਆ ਗਾਰੰਟੀ ਹੋਇਆ। ਕਾਨੂੰਨ ਬਣੇ ਪੱਕਾ ਬਣੇ। ਇਹ ਤੋਂ ਬਗੈਰ ਨਹੀਂ, ਚੱਲ ਹੀ ਨਹੀਂ ਸਕਦਾ। ਖੇਤੀ ਨਹੀਂ ਚੱਲ ਸਕੇਗੀ ਇਸ ਤੋਂ ਬਗੈਰ। ਨਹੀਂ ਤੇ ਫਿਰ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰ ਚ ਟਕਰਾਅ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਚੱਲਦਾ ਵੀ ਰਹੇਗਾ। ਨਾਲੇ ਇੱਕ ਜ਼ਰੂਰੀ ਹੋਰ ਵੀ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਵੀ ਦੁਨੀਆ ਭਰ ਦੇ ਵਿੱਚ ਯੂਕਰੇਨ ਦਾ ਜਿਹੜਾ ਚੱਲ ਰਿਹਾ ਲੜਾਈ, ਯੂਕਰੇਨ ਤੇ ਰਸ਼ੀਆ ਦੀ ਚੱਲ ਰਹੀ ਹੈ, ਉਹਦੇ ਵਿੱਚ ਜਿਹੜਾ ਕਾਫੀ ਵੱਡਾ ਜਿਹੜਾ ਸੰਕਟ, ਫੂਡ ਦਾ, ਖਾਣੇ ਪੀਣੇ ਦਾ ਸੰਕਟ ਆ ਰਿਹਾ ਹੈ, ਤੇ ਕੀਮਤਾਂ ਇੰਟਰਨੈਸ਼ਨਲ ਲੈਵਲ ਤੇ ਤਾਂ ਬਹੁਤ ਵਧੀਆਂ ਹੋਈਆਂ, ਤੇ ਉਸੇ ਨੂੰ ਧਿਆਨ ਚ ਰੱਖ ਕੇ ਇੱਥੇ ਸਾਡੀ ਤਾਂ ਹਜੇ ਵੀ ਜਿਹੜੀ MSP ਹੈ ਵੀਟ ਦੀ ਬਹੁਤ ਥੱਲੇ ਹੈ, ਬਾਹਰਲੇ ਜਿੰਨੇ ਰੇਟ ਆ ਉਹਨਾਂ ਨਾਲੋਂ। ਇਸ ਕਰਕੇ MSP ਹੁਣ ਬਣਾਉਣ ਦਾ ਪੂਰਾ ਬਣਦਾ, ਤਾਂ ਕਿ ਲੋਕ 80 ਕਰੋੜ ਲੋਕਾਂ ਨੂੰ ਤਾਂ ਤੁਸੀਂ ਵੀਟ ਦੇ ਰਹੇ ਹੋ ਆਪਣੇ ਕੋਲੋਂ, ਆਟਾ ਦੇ ਰਹੇ ਹੋ ਆਪਣੇ ਕੋਲੋਂ, ਚਾਵਲ ਆਪਣੇ ਕੋਲੋਂ ਦੇ ਰਿਹਾ ਗਵਰਨਮੈਂਟ ਦੇ ਰਹੀ ਹੈ। ਇਹਦਾ ਮਤਲਬ ਵੀ ਸਾਡੇ ਵੀ ਫੂਡ ਦੀ ਬਹੁਤ ਜ਼ਰੂਰਤ ਹੈ ਲੋਕਾਂ ਲਈ। ਇਸ ਕਰਕੇ ਕੁਛ ਨਾ ਕੁਛ ਸਾਨੂੰ ਕਰਨਾ ਪਊ। ਸਾਡੇ ਪਰਚੇਜਿੰਗ ਕਪੈਸਿਟੀ ਹੈ ਜਿਹੜੀ, ਉਹ ਗਰੀਬ ਆਦਮੀ ਦੀ ਹੈ ਨਹੀਂ। ਅਨਪਲਾਇਮੈਂਟ ਬਹੁਤ ਵੱਡੇ ਲੈਵਲ ਤੇ ਹੈ, ਤੇ ਤੁਸੀਂ ਹੁਣ ਅੱਜ ਕੱਲ ਸਟਾਰਵਿੰਗ ਡੈਥ ਨਹੀਂ ਕਰ ਸਕਦੇ ਡੈਮੋਕ੍ਰੇਸੀ ਦੇ ਵਿੱਚ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਕਰਕੇ ਬਹੁਤ ਜ਼ਰੂਰੀ ਹੈ ਤੁਸੀਂ ਖੇਤੀ ਦਾ ਬੈਲੈਂਸ ਤੇ ਫੂਡ ਦਾ ਬੈਲੈਂਸ ਤੇ ਰੇਟ, ਇਹ ਸਾਰਿਆਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਤਵਾਜ਼ਨ ਬਣਾ ਕੇ ਰੱਖਣਾ ਪਏਗਾ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਰਿਹਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ।